हेलो स्टूडेंट्स। सो बच्चे आज अपन नेक्स्ट चैप्टर स्टार्ट करना है +2 क्लास का, राइट। सो बच्चे द नेम ऑफ द चैप्टर इज़ डी एंड एफ ब्लॉक एलिमेंट्स, राइट। सो बच्चे ਤੁਸੀਂ ਐਲੀਮੈਂਟਸ ਦੀ ਨੌਲੇਜ, ਰਾਈਟ, +1 ਕਲਾਸ 3rd ਯੂਨਿਟ ਦੇ ਵਿੱਚ ਤੁਸੀਂ ਐਲੀਮੈਂਟਸ ਬਾਰੇ ਪੜ੍ਹ ਕੇ ਆਏ ਹੋਏ ਹੋ। ਤੁਸੀਂ ਉਹਦੇ ਵਿੱਚ ਬੱਚੇ ਬਲੌਕਸ ਬਾਰੇ ਪੜ੍ਹਿਆ ਹੋਇਆ ਆ। ਸੋ ਤੁਸੀਂ ਉਹਦੇ ਵਿੱਚ ਬੱਚੇ ਐਸ ਬਲੌਕ ਬਾਰੇ, ਪੀ ਬਲੌਕ, ਡੀ ਐਂਡ ਐਫ ਬਲੌਕ ਬਾਰੇ ਮਤਲਬ ਜਨਰਲ ਡਿਸਕਸ਼ਨ ਕੀਤੀ ਹੋਈ ਆ। ਸੋ ਬੱਚੇ ਅੱਜ ਆਪਾਂ ਇਹ ਚੈਪਟਰ ਡਿਟੇਲ ਦੇ ਵਿੱਚ ਸਟਾਰਟ ਕਰਨਾ ਹੈ ਡੀ ਐਂਡ ਐਫ ਬਲੌਕ ਐਲੀਮੈਂਟਸ, ਰਾਈਟ। ਸੋ ਬੱਚੇ ਆਪਾਂ ਇਹਨੂੰ ਪਾਰਟ ਵਾਈਜ਼ ਕਰਾਂਗੇ। ਸੋ ਵੀ ਵਿਲ ਸਟਾਰਟ ਲਾਈਕ ਡਿਸਕਸ ਵਿਦ ਦ ਬਲੌਕ ਦੈਟ ਇਜ਼ ਡੀ ਬਲੌਕ, ਠੀਕ ਹੈ ਜੀ। ਸੋ ਬੱਚੇ ਡੀ ਬਲੌਕ ਐਲੀਮੈਂਟਸ ਬੇਸਿਕਲੀ ਇਹ ਜਿਹੇ ਐਲੀਮੈਂਟਸ ਨੇ, ਦ ਐਲੀਮੈਂਟਸ ਲਾਈਂਗ ਬਿਟਵੀਨ ਐਸ ਐਂਡ ਪੀ ਬਲੌਕ। ਸੋ ਬੱਚੇ ਪੀਰੀਓਡਿਕ ਟੇਬਲ 'ਚ ਤੁਸੀਂ ਦੇਖਿਆ ਹੀ ਹੋਊਗਾ ਕਿ ਐਸ ਅਤੇ ਪੀ ਬਲੌਕ ਦੇ ਇਹ ਵਿਚਕਾਰ ਹੁੰਦੇ ਨੇ, ਠੀਕ ਹੈ ਜੀ। ਗਰੁੱਪ ਨੰਬਰ 2 ਤੋਂ ਲੈ ਕੇ ਬੱਚੇ ਗਰੁੱਪ ਨੰਬਰ 13 ਤੱਕ ਬੱਚੇ ਡੀ ਬਲੌਕ ਜਿਹੜਾ ਆ ਸਾਡੇ ਕੋਲ ਪ੍ਰੈਜ਼ੈਂਟ ਹੁੰਦਾ ਆ। ਅਤੇ ਬੱਚੇ ਡੀ ਬਲੌਕ ਐਲੀਮੈਂਟਸ ਕਹਿੰਦੇ ਕਿਹਨੂੰ ਨੇ? ਉਹਨਾਂ ਐਲੀਮੈਂਟਸ ਨੂੰ ਡੀ ਬਲੌਕ ਐਲੀਮੈਂਟਸ ਕਿਹਾ ਜਾਂਦਾ ਆ ਜਿਹਦੇ ਵਿੱਚ ਲਾਸਟ ਇਲੈਕਟ੍ਰੋਨ ਡੀ ਔਰਬਿਟਲ ਐਟਮ ਦੇ ਡੀ ਔਰਬਿਟਲ ਦੇ ਵਿੱਚ ਐਂਟਰ ਕਰਦਾ ਆ। ਸੋ ਠੀਕ ਹੈ, ਐਲੀਮੈਂਟ ਇਨ ਵਿਚ ਦ ਲਾਸਟ ਇਲੈਕਟ੍ਰੋਨ ਐਂਟਰਸ ਦਾ ਡੀ ਔਰਬਿਟਲ ਆਫ ਦ ਐਟਮ, ਉਹਨਾਂ ਨੂੰ ਬੱਚੇ ਅਸੀਂ ਡੀ ਬਲੌਕ ਐਲੀਮੈਂਟਸ ਕਹਿ ਦਿੰਦੇ ਹਾਂ, ਰਾਈਟ। ਸੋ ਬੱਚੇ ਡੀ ਬਲੌਕ ਐਲੀਮੈਂਟਸ ਜਿਹੜੇ ਹੁੰਦੇ ਨੇ ਬੇਸਿਕਲੀ ਸਾਡੇ ਕੋਲ ਉਹਦੀ ਜਿਹੜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ, ਦੈਟ ਇਜ਼ ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ, ਉਹ ਕੀ ਹੁੰਦੀ ਹੈ? ਦੈਟ ਇਜ਼ n-1 ਡੀ। ਡੀ 'ਚ ਬੱਚੇ 1 ਤੋਂ ਲੈ ਕੇ ਕਿੰਨੇ ਇਲੈਕਟ੍ਰੋਨ ਜਾ ਰਹੇ ਨੇ? 10, ਠੀਕ ਹੈ ਜੀ। ਉਸ ਤੋਂ ਬਾਅਦ NS, ਐਸ ਔਰਬਿਟਲ 'ਚ ਕਿੰਨੇ ਜਾ ਰਹੇ ਬੱਚੇ? ਦੈਟ ਇਜ਼ 1 ਤੋਂ ਲੈ ਕੇ 2, ਰਾਈਟ। ਸੋ ਬੱਚੇ ਜਿਹੜੇ ਡੀ ਬਲੌਕ ਐਲੀਮੈਂਟਸ ਨੇ ਜਾਂ ਡੀ ਬਲੌਕ ਹੈਗਾ ਆ, ਇਹਦੇ 'ਚ ਇਨਕਨਸਿਸਟ ਕੀਤੀਆਂ ਹੋਈਆਂ ਨੇ 4 ਸੀਰੀਜ਼, ਠੀਕ ਹੈ ਜੀ। ਅਤੇ ਬੱਚੇ ਡੀ ਬਲੌਕ ਐਲੀਮੈਂਟਸ ਨੂੰ ਟ੍ਰਾਂਜ਼ੀਸ਼ਨ ਐਲੀਮੈਂਟਸ ਵੀ ਕਿਹਾ ਜਾਂਦਾ ਆ। ਸੋ ਟ੍ਰਾਂਜ਼ੀਸ਼ਨ ਐਲੀਮੈਂਟਸ ਕੀ ਹੁੰਦੇ ਨੇ ਬੱਚੇ? ਟ੍ਰਾਂਜ਼ੀਸ਼ਨ ਐਲੀਮੈਂਟਸ ਆਰ ਦੋਜ਼ ਐਲੀਮੈਂਟਸ ਵਿਚ ਹੈਵ ਇਨਕੰਪਲੀਟਲੀ ਫਿਲਡ ਔਰ ਪਾਰਸ਼ਲੀ ਫਿਲਡ। ਕਹਿੰਦਾ ਜਿਨ੍ਹਾਂ ਦੇ ਵਿੱਚ ਇਨਕੰਪਲੀਟਲੀ ਜਾਂ ਪਾਰਸ਼ਲੀ ਫਿਲਡ ਡੀ ਸਬਸ਼ੈਲ ਹੁੰਦਾ ਆ, ਮਤਲਬ ਉਹਨਾਂ ਦੀ ਜਿਹੜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ ਬੱਚੇ ਜਾਂ ਤਾਂ ਉਹ ਇਨਕੰਪਲੀਟ ਹੋਊਗੀ। ਇਨਕੰਪਲੀਟ ਕਹਿਣ ਦਾ ਮਤਲਬ ਜਿਵੇਂ D1 ਹੋ ਗਈ, D2 ਹੋ ਗਈ, D3 ਹੋ ਗਈ। ਉਸ ਤੋਂ ਬਾਅਦ ਜੇ D5 ਤੋਂ ਬਾਅਦ ਜਾਂਦੇ ਤਾਂ ਨਾ ਤਾਂ ਬੱਚੇ ਨਾ ਅੱਧੀ ਰਹਿਣੀ ਹੈ ਨਾ ਪੂਰੀ ਹੋਣੀ ਹੈ, ਦੈਟ ਇਜ਼ ਦ ਮੀਨਿੰਗ ਆਫ ਪਾਰਸ਼ਲੀ, ਰਾਈਟ। ਸੋ ਬੱਚੇ ਉਹ ਐਲੀਮੈਂਟਸ ਜਿਨ੍ਹਾਂ ਦੀ ਕਨਫੀਗਰੇਸ਼ਨ, ਠੀਕ ਹੈ ਜੀ, ਜਾਂ ਜਿਨ੍ਹਾਂ ਸਬਸ਼ੈਲਸ ਦੇ ਵਿੱਚ ਇਲੈਕਟ੍ਰੋਨਸ ਜਿਹੜੇ ਨੇ ਉਹ ਇਨਕੰਪਲੀਟ ਹੋਣਗੇ ਜਾਂ ਪਾਰਸ਼ਲੀ ਹੋਣਗੇ, ਠੀਕ ਹੈ ਜੀ। ਭਾਵੇਂ ਉਹ ਉਹਦੀ ਗਰਾਊਂਡ ਸਟੇਟ ਹੋਵੇ, ਭਾਵੇਂ ਉਹ ਕਿਤੇ ਕੋਈ ਉਹਦੀ ਆਕਸੀਡੇਸ਼ਨ ਸਟੇਟ ਹੋਵੇ, ਠੀਕ ਹੈ ਜੀ। ਆਕਸੀਡੇਸ਼ਨ ਸਟੇਟ ਕਿਵੇਂ ਆਊਗੀ? ਯੂ ਨੋ ਵੈਰੀ ਵੈਲ, ਬਾਈ ਲੂਜ਼ਿੰਗ ਦ ਇਲੈਕਟ੍ਰੋਨਸ, ਰਾਈਟ। ਸੋ ਬੱਚੇ ਉਹਨਾਂ ਐਲੀਮੈਂਟਸ ਨੂੰ ਟ੍ਰਾਂਜ਼ੀਸ਼ਨ ਐਲੀਮੈਂਟਸ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਡੀ ਬਲੌਕ ਦੇ ਵਿੱਚ ਸਾਡੇ ਕੋਲ ਕੋਆਇਨੇਜ ਮੈਟਲਸ ਹੁੰਦੀਆਂ ਨੇ ਜਿਹੜੀਆਂ ਯੂਜ਼ ਟੂ ਮੇਕ ਕੋਆਇਨਸ, ਜਿਹੜੀਆਂ ਕੋਆਇਨਸ ਬਣਾਉਣ ਦੇ ਵਿੱਚ ਹੈਲਪਫੁਲ ਹੁੰਦੀਆਂ ਨੇ। ਜਿਵੇਂ ਤੁਹਾਡੇ ਕੋਲ ਬੱਚੇ ਆਇਰਨ ਹੋ ਗਿਆ, ਗੋਲਡ ਹੋ ਗਿਆ, ਸਿਲਵਰ ਹੋ ਗਿਆ, ਕਾਪਰ ਹੋ ਗਿਆ। ਸੋ ਬੱਚੇ ਇਹ ਸਾਡੇ ਕੋਲ ਕੋਆਇਨੇਜ ਮੈਟਲਸ ਹੁੰਦੀਆਂ ਨੇ। ਸੋ ਬੱਚੇ 4 ਟ੍ਰਾਂਜ਼ੀਸ਼ਨ ਸੀਰੀਜ਼, ਫਸਟ ਟ੍ਰਾਂਜ਼ੀਸ਼ਨ ਸੀਰੀਜ਼ ਦੀ ਜਿਹੜੀ ਹੈਗੀ ਆ ਉਹ ਸਕੈਂਡੀਅਮ ਤੋਂ ਜ਼ਿੰਕ ਤੱਕ ਆ। ਸਕੈਂਡੀਅਮ ਦਾ ਐਟੋਮਿਕ ਨੰਬਰ 21 ਹੈ, ਜ਼ਿੰਕ ਦਾ 30 ਆ, ਅਤੇ ਇਹ 'ਚ 3D ਔਰਬਿਟਲ ਗ੍ਰੈਜੂਅਲੀ ਫਿਲਡ ਹੁੰਦਾ ਆ। ਸੈਕਿੰਡ ਟ੍ਰਾਂਜ਼ੀਸ਼ਨ ਸੀਰੀਜ਼ ਵਿੱਚ ਸਟਾਰਟ ਹੁੰਦੀ ਹੈ ਯਟਰੀਅਮ ਤੋਂ, ਕਿੱਥੇ ਤੱਕ ਜਾਂਦੀ ਹੈ? ਕੈਡਮੀਅਮ ਤੱਕ। ਸੋ ਇਹਦੇ ਵਿੱਚ ਬੱਚੇ 4D ਔਰਬਿਟਲ ਗ੍ਰੈਜੂਅਲੀ ਫੀਲਡ ਹੁੰਦਾ। ਥਰਡ ਟ੍ਰਾਂਜ਼ੀਸ਼ਨ ਸੀਰੀਜ਼ ਵਿੱਚ ਬੱਚੇ ਇਹ ਸਾਡੇ ਕੋਲ ਲੈਂਥੀਨਮ ਆ ਜਾਂਦਾ, ਐਂਡ ਲੈਂਥੀਨਮ ਤੋਂ ਬਾਅਦ ਬੱਚੇ ਹਾਫ ਲਾਈਕ ਐਫ ਬਲੌਕ ਐਲੀਮੈਂਟ ਸਟਾਰਟ ਹੋ ਜਾਂਦਾ ਆ। ਇਸ ਕਰਕੇ ਲੈਂਥੀਨਮ ਤੋਂ ਬਾਅਦ ਅਗਲਾ ਐਲੀਮੈਂਟ ਜਿਹੜਾ ਡੀ ਬਲੌਕ 'ਚ ਇਨਵੋਲਵ ਹੁੰਦਾ ਦੈਟ ਇਜ਼ ਹਾਫਨੀਅਮ, ਜਿਹਦਾ ਐਟੋਮਿਕ ਨੰਬਰ 72 ਆ, ਅਤੇ ਉਹ ਫਿਲ ਹੁੰਦਾ ਮਰਕਰੀ, ਦੈਟ ਇਜ਼ Hg, ਐਟੋਮਿਕ ਨੰਬਰ 80 ਤੱਕ। ਸੋ ਬੱਚੇ ਇਹਦੇ ਵਿੱਚ 5D ਜਿਹੜਾ ਹੈਗਾ ਸਾਡੇ ਕੋਲ ਔਰਬਿਟਲ ਗ੍ਰੈਜੂਅਲੀ ਫੀਲਡ ਹੁੰਦਾ ਆ, ਠੀਕ ਹੈ ਜੀ। ਉਸ ਤੋਂ ਵਿੱਚ 4th ਟ੍ਰਾਂਜ਼ੀਸ਼ਨ ਸੀਰੀਜ਼ ਦੇ ਵਿੱਚ ਐਕਟੀਨਮ ਆ, ਐਂਡ ਐਕਟੀਨਮ ਦੇ ਵਿੱਚੋਂ ਵੈਸੇ ਸਾਡੇ ਕੋਲ ਨਵੇਂ 14 ਐਲੀਮੈਂਟਸ ਜਿਹੜੇ ਐਫ ਬਲੌਕ ਦੇ ਵਿੱਚ ਚਲੇ ਜਾਂਦੇ ਨੇ। ਉਸ ਤੋਂ ਬਾਅਦ ਰਦਰਫੋਰਡ ਤੋਂ ਲੈ ਕੇ ਇਹ ਕਾਪਰਨੀਸ਼ੀਅਮ ਤੱਕ ਸਾਡੇ ਕੋਲ 4th ਟ੍ਰਾਂਜ਼ੀਸ਼ਨ ਸੀਰੀਜ਼ ਹੈਗੀ ਆ, ਜਿਹਦੇ ਵਿੱਚ ਬੱਚੇ 6D ਔਰਬਿਟਲ ਗ੍ਰੈਜੂਅਲੀ ਫਿਲਡ ਹੁੰਦਾ ਆ, ਠੀਕ ਹੈ ਜੀ। ਸੋ ਨਾਓ ਬੱਚੇ ਜਿਹੜੇ ਟ੍ਰਾਂਜ਼ੀਸ਼ਨ ਐਲੀਮੈਂਟਸ ਨੇ ਬੱਚੇ ਇਹਦੀਆਂ ਕੁਝ ਜਨਰਲ ਪ੍ਰੋਪਰਟੀਜ਼ ਹੋਣਗੀਆਂ। ਪ੍ਰੋਪਰਟੀਜ਼ ਬੱਚੇ ਅਸੀਂ ਉਹਨਾਂ ਨੂੰ ਨਾਓ ਵੀ ਵਿਲ ਡਿਸਕਸ ਦ ਜਨਰਲ ਪ੍ਰੋਪਰਟੀਜ਼ ਆਫ ਦੀ ट्रांजिशन एलिमेंट्स। सो बच्चे जो पहली ट्रांजिशन एलिमेंट की प्रॉपर्टी है दैट इज़ एटॉमिक रेडियाई। सो बच्चे यू नो वेरी वेल कि हर एक एटम का अपना साइज़ आ एंड दैट साइज़ डिपेंड अपॉन इट्स रेडियाई, राइट। दैट इज़ द मीनिंग कि साढ़े कोल आउटर मोस्ट शैल द इलैक्ट्रॉन तो लैके लाइक न्यूक्लियस तक का डिस्टेंस की हैगा आ, दैट इज़ योर एटॉमिक रेडियाई। वही डिसाइड करता है कि साढ़े कोल एटम का की है साइज़ की होगा। सो बच्चे हुण जो ट्रांजिशन एलिमेंट्स ने आर इंटरमीडिएट, कहता इंटरमीडिएट ने बिटवीन दोज ऑफ
S block and P block elements. सो S ਤੇ P block elements ਦੇ ਇੰਟਰਮੀਡੀਏਟ ਬੱਚੇ ਹੁੰਦੇ ਨੇ ट्रांजिशन एलिमेंट्स। ठीक है जी। सो बच्चे हुण ये एटॉमिक रेडिया ट्रेंड तुसीं बच्चे +1 च भी डिस्कस किया, वो असी जनरल किया सी सारे पीरियोडिक टेबल लई। नाउ बच्चे वी विल डिस्कस फॉर ओनली डी ब्लॉक एलीमेंट कि पीरीयड दे विच जांदे होए साइज़ दी वेरीएशन किवें हुंदी है, राइट। सो बच्चे इन द बिगनिंग ਜਦੋਂ ਅਸੀਂ ਅਲੋਂਗ ਅ ਪੀਰੀਅਡ ਦੇਖੀਏ, ਸਟਾਰਟਿੰਗ 'ਚ ਦੇਖੀਏ, ਰਾਈਟ, ਜਿਵੇਂ ਮੈਂ ਕੋਈ ਵੀ ਟ੍ਰਾਂਜੀਸ਼ਨ ਸੀਰੀਜ਼ ਲਊਂਗਾ, ਲਾਈਕ ਜਿਵੇਂ ਸਕੈਂਡੀਅਮ ਤੋਂ ਜ਼ਿੰਕ ਫਸਟ ਟ੍ਰਾਂਜੀਸ਼ਨ ਸੀਰੀਜ਼ ਆ, ਰਾਈਟ। ਤਾਂ ਬੱਚੇ ਫਸਟ ਟ੍ਰਾਂਜੀਸ਼ਨ ਸੀਰੀਜ਼ ਦੇ ਵਿੱਚ ਜਦੋਂ ਅਸੀਂ ਮੂਵ ਕਰ ਰਹੇ ਹਾਂ ਬਿਗਨਿੰਗ ਦੇ ਵਿੱਚ, ਤਾਂ ਸਾਡੇ ਕੋਲ ਐਟੋਮਿਕ ਸਾਈਜ਼ ਘਟਦਾ। ਉਹਦਾ ਘਟਣ ਦਾ ਰੀਜ਼ਨ ਕੀ ਹੈ? ਕਹਿੰਦਾ ਕਿਉਂਕਿ ਜਦੋਂ ਆਪਾਂ ਇੱਧਰ ਨੂੰ ਮੂਵ ਕਰਦੇ ਹਾਂ ਸਕੈਂਡੀਅਮ ਤੋਂ ਜ਼ਿੰਕ ਵੱਲ ਨੂੰ, ਤਾਂ ਸਾਡੇ ਕੋਲ ਬੱਚੇ 21 ਤੋਂ 30 ਦੈਟ ਇਜ਼ ਐਟੋਮਿਕ ਨੰਬਰ ਕੀ ਹੋ ਰਿਹਾ? ਇਨਕਰੀਜ਼। ਐਟੋਮਿਕ ਨੰਬਰ ਇਨਕਰੀਜ਼ ਹੋਣ ਦਾ ਮਤਲਬ ਦੈਟ ਇਜ਼ ਨੰਬਰ ਆਫ ਇਲੈਕਟ੍ਰੋਨ ਤੇ ਨੰਬਰ ਆਫ ਪ੍ਰੋਟੋਨ ਇਹ ਵੀ ਇਕੁਅਲੀ ਕੀ ਹੋ ਰਹੇ ਨੇ? ਇਨਕਰੀਜ਼ ਹੋ ਰਹੇ ਨੇ। ਜਿਸ ਕਰਕੇ ਨਿਊਕਲੀਅਰ ਚਾਰਜ ਵੀ ਕੀ ਹੋ ਰਿਹਾ ਬੱਚੇ? ਵੱਧ ਰਿਹਾ ਹੈ ਨਿਊਕਲੀਅਸ ਦੇ ਉੱਪਰ। ਜਿਸ ਕਰਕੇ ਬੱਚੇ ਅਟਰੈਕਸ਼ਨ ਫੋਰਸਿਸ ਜਿਹੜੇ ਹੋਣਗੇ ਇਲੈਕਟ੍ਰੋਨ ਤੇ ਪ੍ਰੋਟੋਨ ਦੇ ਵਿਚਕਾਰ, ਦੈਟ ਇਜ਼ ਉਹ ਕੀ ਹੋ ਜਾਣਗੇ? ਵੱਧ ਜਾਣਗੇ। ਜਿਸ ਕਰਕੇ ਇਲੈਕਟ੍ਰੋਨਸ ਜਿਹੜੇ ਨੇ ਬੱਚੇ ਕਮਸ ਕਲੋਜ਼ਰ ਟੂ ਨਿਊਕਲੀਅਸ, ਉਹ ਨਿਊਕਲੀਅਸ ਦੇ ਥੋੜ੍ਹਾ ਜਿਹਾ ਕੋਲੇ ਆਉਣਾ ਸ਼ੁਰੂ ਕਰ ਦੇਣਗੇ। ਜਿਸ ਕਰਕੇ ਬਿਗਨਿੰਗ 'ਚ ਬੱਚੇ ਸਾਈਜ਼ ਸਾਡੇ ਕੋਲ ਕੀ ਕਰੂਗਾ? ਡਿਕਰੀਜ਼ ਕਰ ਜਾਊਗਾ। ਹਾਊਐਵਰ ਸਾਨੂੰ ਪਤਾ ਜਿਹੜਾ ਇਲੈਕਟ੍ਰੋਨ ਹੈਗਾ ਬੱਚੇ ਐਂਟਰ ਕਰ ਰਿਹਾ ਡੀ ਸਬਸ਼ੈਲ ਦੇ ਵਿੱਚ, ਅਤੇ ਬੱਚੇ ਇਲੈਕਟ੍ਰੋਨ ਜਿਹੜਾ ਡੀ ਸਬਸ਼ੈਲ 'ਚ ਐਂਟਰ ਕਰ ਰਿਹਾ ਉਹ ਐਸ ਔਰਬਿਟਲ, ਐਸ ਸਬਸ਼ੈਲ ਵਾਲੇ ਇਲੈਕਟ੍ਰੋਨ ਨੂੰ ਸਕਰੀਨ ਕਰ ਰਿਹਾ, ਰਾਈਟ। ਬਟ ਬੱਚੇ ਸ਼ੀਲਡਿੰਗ ਇਫੈਕਟ ਜਿਹੜਾ ਡੀ ਦਾ ਹੁੰਦਾ ਆ ਉਹ ਅੱਛਾ ਨਹੀਂ ਹੁੰਦਾ ਕਿ ਉਹ ਐਸ ਵਾਲੇ ਇਲੈਕਟ੍ਰੋਨ ਦੀ ਅਟਰੈਕਸ਼ਨ ਪਾਵਰ ਨੂੰ ਘਟਾ ਦੇਵੇ, ਰਾਈਟ। ਸੋ ਬਟ ਇਹਦਾ ਮਤਲਬ ਅਟਰੈਕਟਿਵ ਫੋਰਸਿਸ ਜਿਹੜੇ ਨੇ ਬੱਚੇ ਇਲੈਕਟ੍ਰੋਨ ਤੇ ਪ੍ਰੋਟੋਨ ਦੇ ਵਿਚਕਾਰ ਉਹ ਵੱਧ ਜਾਂਦੇ ਨੇ। ਜਿਸ ਕਰਕੇ ਐਟੋਮਿਕ ਸਾਈਜ਼ ਸਾਡੇ ਕੋਲ ਬਿਗਨਿੰਗ ਦੇ ਵਿੱਚ ਬੱਚੇ ਸਾਡੇ ਕੋਲ ਡਿਕਰੀਜ਼ ਕਰਦਾ ਹੈ, ਰਾਈਟ। ਉਸ ਤੋਂ ਬਾਅਦ ਬੱਚੇ ਬੀ ਪੁਆਇੰਟ ਅਸੀਂ ਇਹ ਕਹਿ ਰਹੇ ਹਾਂ, ਕਹਿੰਦਾ ਐਟ ਦ ਐਂਡ ਆਫ ਈਚ ਪੀਰੀਅਡ देयर इज़ अ स्लाइट इंक्रीज इन एटॉमिक रेडियाई। बच्चे क्योंकि साढ़े को इलैक्ट्रॉन जोड़ा है साढ़े को डी ऑर्बिटल च आ रहे हैं, सो बच्चे बच्चे इलैक्ट्रॉन असीं सेम सबशैल दे विच की कर रहे हैं? ऐड करी जा रहे हैं, ऐड करी जा रहे हैं। तो जो बच्चे तुसीं D5 इलैक्ट्रॉनिक कन्फिगरेशन देखोगे, उस तो बाद जो तुसीं D6 नूं फिल करन लगोगे तो बच्चे की होगा? साढ़े को इलैक्ट्रॉन जिहड़े ने वो सेम सबशैल च 2 एंटर कर जाएंगे, मतलब बिकॉज उस रीजन करके इलैक्ट्रॉन रिपल्शन जिहड़ी है इंक्रीज कर जाऊगी बिटवीन एडेड इलैक्ट्रॉन इन द सेम ऑर्बिटल। जिस करके बच्चे इलैक्ट्रॉन क्लाउड ਜਿਹੜਾ ਹੋਊਗਾ ਉਹ ਐਕਸਪੈਂਡ ਕਰ ਜਾਊਗਾ ਤੇ ਐਟੋਮਿਕ ਸਾਈਜ਼ ਸਲਾਈਟਲੀ ਕੀ ਹੋ ਜਾਊਗਾ ਬੱਚੇ? ਐਟ ਦ ਐਂਡ ਆਫ ਦ ਸੀਰੀਜ਼ ਸਾਡੇ ਕੋਲ ਇਨਕਰੀਜ਼ ਕਰ ਜਾਊਗਾ, ਰਾਈਟ। ਉਸ ਤੋਂ ਬੱਚੇ ਡਾਊਨ ਦਾ ਗਰੁੱਪ ਜਾਂਦੇ ਹੋਏ ਕੀ ਹੁੰਦਾ ਹੈ ਕਿ ਜਦੋਂ ਅਸੀਂ ਡਾਊਨ ਦਾ ਗਰੁੱਪ ਮੂਵ ਕਰਦੇ ਹਾਂ ਤਾਂ ਐਟੋਮਿਕ ਸਾਈਜ਼ ਜਿਹੜਾ ਹੈ ਬੱਚੇ ਇਨਕਰੀਜ਼ ਕਰਦਾ। ਉਹਦਾ ਇੱਕੋ ਹੀ ਰੀਜ਼ਨ ਹੈ ਕਿਉਂਕਿ ਡਾਊਨ ਦਾ ਗਰੁੱਪ ਜਾਂਦੇ ਹੋਏ ਐਡੀਸ਼ਨ ਹੋ ਜਾਂਦੀ ਹੈ ਬੱਚੇ ਨਿਊ ਸ਼ੈਲ ਦੀ। ਜਿਸ ਕਰਕੇ ਇਲੈਕਟ੍ਰੋਨ ਜਿਹੜਾ ਆ ਉਹ ਨਿਊਕਲੀਅਸ ਤੋਂ ਫਾਰ ਹੋਣ ਲੱਗ ਜਾਂਦਾ, ਦੂਰ ਚਲਾ ਜਾਂਦਾ। ਜਿਸ ਕਰਕੇ ਅਟਰੈਕਸ਼ਨ ਫੋਰਸਿਸ ਜਿਹੜੀਆਂ ਹੈਗੀਆਂ ਨੇ ਇਲੈਕਟ੍ਰੋਨ ਤੇ ਪ੍ਰੋਟੋਨ ਦੇ ਵਿਚਕਾਰਲੀਆਂ ਉਹ ਘਟ ਜਾਂਦੀਆਂ ਨੇ ਤੇ ਸਾਈਜ਼ ਆਟੋਮੈਟਿਕਲੀ ਇਨਕਰੀਜ਼ ਕਰ ਜਾਂਦਾ ਹੈ। ਸੋ ਦਿਸ ਇਜ਼ ਦ ਬੇਸਿਕ ਟ੍ਰੈਂਡ ਆਫ ਦ ਐਟੋਮਿਕ ਰੇਡੀਆਈ ਐਂਡ ਸਿਮਿਲਰਲੀ ਬੱਚੇ ਇਹਦੇ ਵਿੱਚ ਆਇਨਿਕ ਰੇਡੀਆ ਦਾ ਟ੍ਰੈਂਡ ਚੱਲੂਗਾ, ਰਾਈਟ। ਉਸ ਤੋਂ ਵਿੱਚ ਸਾਡੇ ਕੋਲ ਨੈਕਸਟ ਹੈਗਾ ਆ ਸਾਡੇ ਕੋਲ ਮੈਟੈਲਿਕ ਕਰੈਕਟਰ ਐਂਡ ਇੰਥੈਲਪੀ ਆਫ ਐਟਮਾਈਜੇਸ਼ਨ। ਸੋ ਬੱਚੇ ਟ੍ਰਾਂਜੀਸ਼ਨ ਐਲੀਮੈਂਟ ਸਾਰੇ ਕੀ ਨੇ? metals ने, right? They all have high density, hardness, high melting and boiling point and ductile ने, malleable ने, right? high tensile strength आ। कहना metallic character जेड़ा हैगा transition element दा वो is due to the presence of the number of unpaired electron ਕਹਿੰਦਾ ਐਂਡ ਵੇਕੈਂਟ ਡੀ ਆਰਬਿਟਲ। ਸੋ ਕਹਿੰਦਾ ਇਹ ਸਾਡੇ ਕੋਲ ਵੇਕੈਂਟ ਡੀ ਆਰਬਿਟਲ ਜਿਹੜੇ ਨੇ ਉਹਦੀ ਅਵੇਲੇਬਿਲਿਟੀ ਕਰਕੇ ਤੇ ਅਨਪੇਡ ਇਲੈਕਟ੍ਰੋਨਸ ਦੀ ਕਾਊਂਟਿੰਗ ਜਿਹੜੀ ਇਹਨਾਂ 'ਚ ਜ਼ਿਆਦਾ ਹੋਣ ਕਰਕੇ ਇਹਨਾਂ ਦਾ ਮੈਟੈਲਿਕ ਕਰੈਕਟਰ ਆਉਂਦਾ ਵਾ। ਕਿਉਂ? ਬਿਕੋਜ਼ ਕਹਿੰਦਾ ਇਹਨਾਂ ਮੈਟਲਸ ਦੀ ਜਿਹੜੀ ਹਾਰਡਨੈਸ ਆ ਉਹ ਸਟਰੋਂਗ ਬੌਂਡਿੰਗ ਦਾ ਰੀਜ਼ਨ ਆ। ਹੁਣ ਸਟਰੋਂਗ ਬੌਂਡਿੰਗ ਕੀ ਹੁੰਦੀ ਆ? ਕਿਉਂਕਿ ਜਿਹੜੇ ਅਨਪੇਡ ਇਲੈਕਟ੍ਰੋਨਸ ਨੇ ਜਾਂ ਸਾਡੇ ਕੋਲ ਵੇਕੈਂਟ ਡੀ ਆਰਬਿਟਲਸ ਨੇ ਉਹ ਆਪਸ 'ਚ ਕੀ ਕਰਦੇ ਨੇ? ਓਵਰਲੈਪ ਕਰਦੇ ਨੇ। ਓਵਰਲੈਪ ਕਰਨ ਦੇ ਕਰਕੇ ਉਹਨਾਂ 'ਚ ਮੈਟੈਲਿਕ ਬੌਂਡ ਕੀ ਬਣ ਜਾਂਦੀ ਆ? ਸਟਰੋਂਗ ਬਣ ਜਾਂਦੀ ਆ। ਜਿਸ ਕਰਕੇ ਮੈਟਲਸ ਜਿਹੜੇ ਹੁੰਦੇ ਨੇ ਜਨਰਲੀ ਬੇਸਿਕਲੀ ਕੀ ਹੁੰਦੇ ਆ? ਸਟਰੋਂਗ ਹੁੰਦੇ ਆ। ਤਾਂ ਹੀ ਸਾਡੇ ਕੋਲ ਟ੍ਰਾਂਜੀਸ਼ਨ ਐਲੀਮੈਂਟਸ ਕੀ ਹੁੰਦੇ ਨੇ ਬੱਚੇ? ਮੈਟੈਲਿਕ ਕਰੈਕਟਰ ਸ਼ੋ ਕਰਦੇ ਆ, ਠੀਕ ਹੈ, ਕਿਉਂਕਿ ਉਹਨਾਂ 'ਚ ਸਟਰੋਂਗ ਬੌਂਡਿੰਗ ਹੁੰਦੀ ਆ ਡਿਊ ਟੂ ਦੀ ਪ੍ਰੈਜ਼ੈਂਸ ਆਫ ਅਨਪੇਡ ਇਲੈਕਟ੍ਰੋਨ। ਸਿਮਿਲਰ ਵੇ ਦੇ ਨਾਲ ਬੱਚੇ ਇਹਨਾਂ ਦੀ ਜਿਹੜੀ ਇੰਥੈਲਪੀ ਆਫ ਐਟਮਾਈਜੇਸ਼ਨ ਆ ਉਹ ਵੀ ਸਾਡੇ ਕੋਲ ਹਾਈ ਹੁੰਦੀ ਆ ਬਿਕੋਜ਼ ਜਿੰਨੇ ਗ੍ਰੇਟਰ ਦਾ ਨੰਬਰ ਆਫ ਅਨਪੇਡ ਡੀ ਇਲੈਕਟ੍ਰੋਨ greater is the number of bond formation and greater is the strength of these bonds। so बच्चे उन्नी ज़्यादा strength ज़्यादा होगी, that's why enthalpy of atomization की होंगी है हाई होंगी है। उस तो बच्चे थर्ड है सारे को डेंसिटी। सो बच्चे मैटल्स ਜਿਹੜੇ ਨੇ ट्रांजिशन एलिमेंट ਸਾਡੇ ਕੋਲ ਉਹਨਾਂ ਦੀ ਜਿਹੜੀ ਡੈਂਸਿਟੀ ਆ ਉਹ ਹਾਈ ਹੁੰਦੀ ਆ। ਸੋ ਡੈਂਸਿਟੀ ਜਿਹੜੀ ਹੈ ਬੱਚੇ ਸਾਡੇ ਕੋਲ ਐਟੋਮਿਕ ਰੇਡੀਆਈ ਦੇ ਨਾਲ ਇਨਵਰਸਲੀ ਪ੍ਰੋਪੋਰਸ਼ਨਲ ਰਿਲੇਸ਼ਨ ਆ। ਜੇ ਬੱਚੇ ਸਾਡੇ ਕੋਲ ਮੰਨ ਲਓ ਐਟੋਮਿਕ ਸਾਈਜ਼ ਘਟ ਗਿਆ, ਅਸੀਂ ਹੁਣੀ ਪੜ੍ਹ ਕੇ ਆਏ ਹਾਂ ਐਟੋਮਿਕ ਸਾਈਜ਼ ਘਟ ਗਿਆ ਮਤਲਬ ਵੋਲਿਊਮ ਘਟ ਗਿਆ, ਤਾਂ ਆਟੋਮੈਟਿਕਲੀ ਬੱਚੇ ਡੈਂਸਿਟੀ ਉਸ ਐਲੀਮੈਂਟ ਦੀ ਕੀ ਹੋਊਗੀ? ਜ਼ਿਆਦਾ ਹੋਊਗੀ,
राइट। सो बच्चे इत्थों ये फॉर्मूले तो D इज इक्वल्स टू M अपॉन V, दैट इज डेंसिटी इज इक्वल्स टू M अपॉन V। सो इत्थों तुहानूं ये चीज़ अंडरस्टूड हो जाऊगी। तो यदा जो ट्रेंड आ बिल्कुल तुम एटॉमिक रेडिया के नाल कंपेयर कर सकते हो, सेम रीजन दे सकते हो, ठीक है जी। हुण बच्चे साडे कोल है कि साडे कोल फोर्थ पॉइंट है, दैट इज मैल्टिंग एंड बॉइलिंग पॉइंट। सो बच्चे ट्रांजिशन मैटल्स जिहड़े ने उन्हां दा मैल्टिंग ते बॉइलिंग पॉइंट जिहड़ा आ बेसिकली वो हाई हुंदा। बच्चे ਉਹਦਾ हाई होने का रीजन की है दोबारा, दैट इज ड्यू टू द प्रेजेंस ऑफ अनपेयर इलैक्ट्रॉन। कहना ग्रेटर द नंबर ऑफ अनपेयर इलैक्ट्रॉन, ग्रेटर इज द नंबर ऑफ बॉन्ड्स। सो उन्नी ज़्यादा बच्चे स्ट्रॉन्ग मैटैलिक बॉन्ड बनूगी। कंसीक्वेंटली बच्चे जिन्नी ज़्यादा स्ट्रॉन्ग मैटैलिक बॉन्ड बनूगी उन्ना ਉਹਦਾ मैल्टिंग तो बॉइलिंग पॉइंट की होगा ज़्यादा होगा। सो बच्चे जे ਅਸੀਂ ਗੱਲ ਕਰੀਏ ਹੁਣ ਜਿਹੜੇ ਅਨਪੇਅਰ ਇਲੈਕਟ੍ਰੋਨਸ ਜਿਹੜੇ ਹੈਗੇ ਨੇ ਉਹ ਸਾਨੂੰ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇਖਣ ਤੋਂ ਹੀ ਪਤਾ ਲੱਗੂਗਾ ਵੀ ਜੇ ਬੇਸਿਕਲੀ ਤੁਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਡਰਾ ਕਰੋਗੇ, ਲਾਈਕ ਅਸੀਂ ਅਗਲੀ ਕਲਾਸ ਦੇ ਵਿੱਚ ਕਰਾਂਗੇ ਉਸ ਚੀਜ਼ ਨੂੰ ਇਲੈਕਟ੍ਰੋਨਿਕ ਕਨਫੀਗਰੇਸ਼ਨ, ਤਾਂ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੇ ਐਲੀਮੈਂਟ ਦੇ ਵਿੱਚ ਸਾਡੇ ਕੋਲ ਅਨਪੇਅਰ ਇਲੈਕਟ੍ਰੋਨ ਜ਼ਿਆਦਾ ਨੇ ਤੇ ਕਿਹੜੇ ਐਲੀਮੈਂਟ 'ਚ ਅਨਪੇਅਰ ਇਲੈਕਟ੍ਰੋਨ ਘੱਟ ਨੇ, ਰਾਈਟ। ਸੋ ਬੱਚੇ ਇਹਦਾ ਮਤਲਬ ਜਿਹੜੀ ਇਹਦੇ ਵਿੱਚ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਦੀ ਵੇਰੀਏਸ਼ਨ ਵੀ ਜਿਹੜੀ ਆਊਗੀ ਉਹ ਅਨਪੇਅਰ ਇਲੈਕਟ੍ਰੋਨਸ ਦੀ ਕਾਊਂਟਿੰਗ ਤੇ ਹੀ ਡਿਪੈਂਡ ਕਰੂਗੀ। ਸੋ ਇਸ ਤਰੀਕੇ ਨਾਲ ਬੱਚੇ ਅਸੀਂ ਇਹ 4 ਜਨਰਲ ਪ੍ਰੋਪਰਟੀਜ਼ ਪੜ੍ਹੀਆਂ ਟ੍ਰਾਂਜੀਸ਼ਨ ਐਲੀਮੈਂਟਸ ਦੀਆਂ। ਥੈਂਕ ਯੂ ਸੋ ਮਚ ਬੱਚੇ।